ਵਾਹਿਗੁਰੂ ਸਾਹਿਬ ਜੀਓ। ਸੂਰਾ ਸੋ ਪਹਿਚਾਨੀਐ, ਜੋ ਲਰੈ ਦਿਨ ਕੇ ਖੇਤ। ਪੁਰਜਾ ਪੁਰਜਾ ਕਟ ਮਰੈ, ਕਬੂ ਨ ਛਾਡੈ ਖੇਤ। ਕਬੂ ਨ ਛਾਡੈ ਖੇਤ। ਪਰਮ ਸਨਮਾਨਯੋਗ ਚਬਰ ਛਤਰ ਤਖਤ ਦੇ ਮਾਲਕ, ਰਹਿਮਤਾਂ ਦੇ ਘਰ, ਮੁਰਸ਼ਿਦ ਵਲੀ ਪਤਿਤ ਪਾਵਨ, ਭਗਤ ਬਛਲ, ਸਾਂਝੀ ਮਾਨਵਤਾ ਨੂੰ ਸਾਂਝਾ ਉਪਦੇਸ਼ ਕਰਤਾ, ਸ਼ਬਦ ਗੁਰੂ, ਸਿਧਾਂਤਕ ਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਤਿਨਾਂ ਦੀ ਮੁਬਾਰਕ ਚਰਨ ਛੂਹ ਪ੍ਰਾਪਤ ਕਰ ਰਹੇ ਸਤ ਸੰਗੀ ਜਨੋ, ਆਪ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ। ਨਿਤਨੇਮ ਬਾਣੀਆਂ ਦੇ ਜਾਪ ਉਪਰੰਤ ਆਪ ਸੰਗਤਾਂ ਨੇ ਗੁਰਮੁਖ ਸਵਾਰਿਆ ਪਾਸੋਂ ਰੱਬੀ ਬਾਣੀ, ਇਲਾਹੀ ਬਾਣੀ, ਆਸਾ ਕੀ ਵਾਰ ਦਾ ਸ਼ਬਦ ਕੀਰਤਨ ਸਰਵਣ ਕੀਤਾ। ਸੋ ਕੱਲ ਦਾ ਜੋ ਦਿਨ ਹੈ ਉਹ ਸਰਹੰਦ ਫਤਿਹ ਦਿਵਸ ਦੇ ਸੰਬੰਧ ਵਿੱਚ ਸਮੁੱਚੀ ਸਿੱਖ ਕੌਮ ਮਨਾਣਾ ਕਰ ਰਹੀ ਹੈ। ਜਿਸ ਯੋਧੇ ਨੇ ਸਿੱਖ ਰਾਜ ਕਾਇਮ ਕੀਤਾ, ਸਿੱਖ ਰਾਜ ਦੀ ਸਥਾਪਨਾ ਕੀਤੀ, ਔਰ ਪਹਿਲਾ ਸਿੱਖ ਰਾਜ ਜੋ ਹੈ ਉਹ ਸਿੱਖਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਬਦੌਲਤ ਮਿਲਿਆ। ਪਹਿਲਾ ਸਿੱਖ ਰਾਜ, ਪਹਿਲਾ ਸਿੱਖ ਰਾਜ ਜਿਹਨੇ ਕਾਇਮ ਕੀਤਾ ਉਹ ਬਾਬਾ ਬੰਦਾ ਸਿੰਘ ਬਹਾਦਰ। ਉਹਦੇ ਵਰਗਾ ਕੋਈ ਯੋਧਾ, ਕੋਈ ਸੂਰਬੀਰ, ਕੋਈ ਮਹਾਤਮਾ, ਕੋਈ ਭਗਤੀ ਕਰਨ ਵਾਲਾ, ਕਿਉਂਕਿ ਸਤਿਗੁਰਾਂ ਨੇ ਦੋਵੇਂ ਚੀਜ਼ਾਂ ਇਕੱਠੀਆਂ ਕੀਤੀਆਂ, ਸੰਤ ਤੇ ਸਿਪਾਹੀ। ਗੁਰੂ ਕਾ ਸਿੱਖ ਸੰਤ ਵੀ ਹੋਵੇ ਤੇ ਗੁਰੂ ਕਾ ਸਿੱਖ ਸਿਪਾਹੀ ਵੀ ਹੋਵੇ। ਦੋਵੇਂ ਚੀਜ਼ਾਂ ਮੇਰੇ ਸਤਿਗੁਰਾਂ ਨੇ ਦਿੱਤੀਆਂ ਵੀ ਸੰਤ ਔਰ ਸਿਪਾਹੀ, ਮੀਰੀ ਔਰ ਪੀਰੀ ਇਕੱਠੀਆਂ ਕੀਤੀਆਂ। ਇਸ ਲਈ ਕਿਰਪਾ ਕਿਹਦੇ ਤੇ ਵਰਤ ਜਾਣੀ ਹੈ ਇਹ ਗੁਰੂ ਜਾਣਦਾ ਹੈ। ਕਿਹਦੇ ਤੇ ਕਿਰਪਾ ਵਰਤਾਣੀ, ਕਿੱਥੇ ਵਰਤਾਣੀ ਹੈ, ਕਦੋਂ ਕਰਨੀ ਹੈ, ਇਸ ਗੁਰੂ ਨੂੰ ਪਤਾ ਹੈ। ਇਸ ਲਈ ਸਾਹਿਬ ਸੱਚੇ ਪਾਤਸ਼ਾਹ ਕਿੱਥੇ ਜਾ ਕੇ ਮਹਾਰਾਸ਼ਟਰ ਦੀ ਧਰਤੀ ਤੇ ਕਿਰਪਾ ਵਰਤਾਉਂਦੇ ਕਲਗੀਧਰ ਪਾਤਸ਼ਾਹ। ਭਰਾਓ, ਬਾਬਾ ਬੰਦਾ ਸਿੰਘ ਬਹਾਦਰ ਦਾ ਪਿਛੋਕੜ ਕੀ ਹੈ, ਫਿਰ ਕੱਲ ਸਰਹੰਦ ਫਤਿਹ ਦੀ ਗੱਲ ਕਰਾਂਗੇ, ਕਿਉਂਕਿ ਉਦੋਂ ਪਹਿਲਾਂ ਵੀ ਲੜਾਈਆਂ ਹੋਈਆਂ, ਸਮਾਣਾ, ਸਡੌਰਾ।
ਤੇ ਹੋਰ ਫਤਿਹ ਕਰਕੇ ਫਿਰ ਸਰਹੰਦ ਫਤਿਹ ਕੀਤੀ। ਆਪ ਸੰਗਤ ਬਖਸ਼ੋ ਅਸੀਸ। ਉਸ ਮਹਾਨ ਵੱਡ ਯੋਧੇ ਦੀ ਗੱਲ ਕਰ ਸਕੀ। ਆਪ ਸੰਗਤ ਅਸੀਸ ਬਖਸ਼ਿਸ਼ ਕਰੋ। ਬਾਅਦ ਬਾਸਤਕਾਰ ਸਾਹਿਬਾਂ ਨੂੰ ਝੁਕਾਓ ਸੀਸ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 1670 ਈਸਵੀ ਭਾਰਤਵਾਜ ਦੇ ਗ੍ਰਹਿ ਵਿਖੇ ਸਿੱਖ ਪੰਥ ਦੇ ਮਹਾਨ ਯੋਧੇ, ਸੂਰਬੀਰ, ਜਿਨ੍ਹਾਂ ਨੇ ਪਹਿਲਾ ਸਿੱਖ ਰਾਜ ਕਾਇਮ ਕੀਤਾ, ਉਹਦਾ ਜਨਮ ਰਜੌੜੀ ਪੁੰਛ ਕਸ਼ਮੀਰ ਦੇ ਅੰਦਰ ਹੋਇਆ। ਪਿਤਾ ਪੁਰਖੀ ਜੋ ਕੰਮ ਸੀ ਉਹ ਖੇਤੀਬਾੜੀ ਦਾ ਸੀ। ਹਲ ਵਾਹੁੰਦੇ, ਖੇਤੀ ਕਰਦੇ, ਹਲਵਾਈ ਸੀਗੇ। ਹਲਵਾਹੀ ਦਾ ਮਤਲਬ ਹੁੰਦਾ ਵੀ ਜਿਹੜਾ ਹਲ ਵਾਹੁੰਦਾ। ਇੱਕ ਹਲਵਾਈ ਸ਼ਬਦ ਆ ਉਹ ਨਹੀਂ, ਹਲਵਾਹੀ ਜਿਹੜੇ ਹਲ ਨੂੰ ਵਾਹੁੰਦੇ। ਜੋ ਕਾਸਟ ਹੈ ਉਹ ਰਾਜਪੂਤ ਹੈ। ਰਾਜਪੂਤ ਘਰਾਣੇ ਨਾਲ ਸੰਬੰਧ ਰੱਖਦੇ ਆ। ਤੇ ਜਿਹੜਾ ਪੁੰਛ ਦਾ ਇਲਾਕਾ ਹੈ ਇਹ ਪਿਛੜਿਆ ਹੋਇਆ ਇਲਾਕਾ ਹੈ। ਪੜ੍ਹਾਈ ਆਦਿਕ ਦਾ ਸੂਰਜ ਬਹੁਤਾ ਨਹੀਂ, ਕਿਉਂਕਿ ਕਸ਼ਮੀਰ ਦੇ ਅੰਦਰ ਪੰਡਤ ਰਹਿੰਦੇ ਸਨ ਪਹਿਲੇ ਸਮਿਆਂ ਦੇ ਅੰਦਰ। ਪਰ ਇਧਰਲਾ ਇਲਾਕਾ ਪਛੜਿਆ ਹੋਇਆ। ਅੱਜ ਵੀ ਤੁਸੀਂ ਕਦੀ ਇਧਰਲੇ ਪਾਸੇ ਜਾਓ ਤੇ ਬਾਰਡਰ ਪੈ ਜਾਂਦਾ ਹੈ, ਜਿਹੜਾ ਪੁੰਛ ਦਾ ਇਲਾਕਾ ਹੈ ਕਸ਼ਮੀਰ। ਪੜ੍ਹਾਈ ਤਾਤਕ ਦਾ ਬਹੁਤਾ ਉਧਰਲੇ ਪਾਸੇ ਸੰਬੰਧ ਨਹੀਂ ਸੀ। ਇਸ ਲਈ ਘਰ ਦੇ ਵਿੱਚ ਫਿਰ ਪਿਤਾ ਪੁਰਖੀ ਕਾਰਜ ਸੀ, ਕੰਮ ਸੀ ਖੇਤੀਬਾੜੀ ਦਾ। ਉਹੀ ਥੋੜੀ ਬਾਲੀ ਪੜ੍ਹਾਈ ਕਰਕੇ ਤੇ ਖੇਤੀਬਾੜੀ ਦਾ ਕੰਮ ਸਿੱਖਿਆ। ਮੈਂ ਪਹਿਲਾਂ ਜ਼ਿਕਰ ਕਰਦਾ ਵੀ ਜਿਸ ਕਿਤਾਬ ਨੂੰ ਲੈ ਕੇ ਮੈਂ ਗੱਲ ਕਰ ਰਿਹਾ, ਪ੍ਰੋਫੈਸਰ ਪ੍ਰਿੰਸੀਪਲ ਗੰਡਾ ਸਿੰਘ, ਉਹ ਲਿਖਦੇ, ਕਹਿੰਦੇ ਜਦੋਂ ਵੀ ਕੋਈ ਇਤਿਹਾਸ ਲਿਖਿਆ ਜਾਂਦਾ, ਇਤਿਹਾਸਕਾਰ ਵੱਡੇ ਵੱਡੇ ਇਤਿਹਾਸਕਾਰਾਂ ਦਾ ਉਹਨਾਂ ਨਾਮ ਲਿਆ, ਜਿਵੇਂ ਗਿਆਨੀ ਗਿਆਨ ਸਿੰਘ, ਕਵੀ ਸੰਤੋਖ ਸਿੰਘ ਚੂੜਾਮਣੀ, ਵੱਡੇ ਵੱਡੇ ਇਤਿਹਾਸਕਾਰ, ਕਾਹਨ ਸਿੰਘ ਨਾਭਾ, ਕਹਿੰਦੇ ਜਿਨ੍ਹਾਂ ਵੀ ਇਤਿਹਾਸ ਲਿਖਿਆ ਉਹ ਸਮਕਾਲੀ ਨਹੀਂ। ਸਮਕਾਲੀ ਦਾ ਮਤਲਬ ਜਿਹੜਾ ਉਸੇ ਕਾਲ ਵਿੱਚ ਹੋਏ, ਉਸੇ ਸਮੇਂ ਵਿੱਚ ਹੋਏ ਤੇ ਉਹਨੂੰ ਜ਼ਿਆਦਾ ਪਤਾ ਹੋਵੇ। ਤੇ ਦੂਸਰਾ, ਇਹ ਇਤਿਹਾਸਕਾਰ ਕਵੀ ਨੇ, ਕਵੀ ਜਿਹੜਾ ਉਹ ਭਾਵਨਾ ਵਿੱਚ ਭਿੱਜ ਕੇ ਬੜਾ ਕੁਝ ਲਿਖ ਦਿੰਦਾ। ਕਵਿਤਾ ਰੂਪ ਚ ਜਿਹਨੇ ਲਿਖਣਾ ਹੈ, ਜਾਂ ਕਵੀ ਜਿਹੜਾ ਹੈ ਉਹ ਭਾਵਨਾ ਵਿੱਚ ਬਹੁਤ ਕੁਝ ਲਿਖਦਾ। ਆਪਣੇ ਮਨ ਤੋਂ ਉਡਾਰੀ ਬਹੁਤ ਵੱਡੀ ਮਾਰਦਾ ਹੈ। ਫੁੱਲ ਦੀ ਵੀ ਗੱਲ ਕਰਾ ਲੈਂਦਾ, ਪੰਛੀ ਦੀ ਵੀ ਗੱਲ ਕਰਾ ਦਿੰਦਾ, ਹਰੇਕ ਚੀਜ਼ ਦੀ ਗੱਲ ਕਰਾ ਦਿੰਦਾ। ਇਸ ਲਈ ਵੱਡੇ ਵੱਡੇ ਰਾਈਟਰਾਂ ਦਾ ਨਾਮ ਲੈ ਕਰਕੇ ਕਹਿੰਦੇ ਵੀ ਅਸਲ ਵਿੱਚ ਗੱਲ ਇਤਿਹਾਸ ਲਿਖਣ ਵਾਲੇ ਸਮਕਾਲੀ ਨੇ, ਜਿਹਦੇ ਕਰਕੇ ਇਤਿਹਾਸ ਵਿੱਚ ਬਹੁਤਾ ਰਲਾ ਪਿਆ ਸਾਡੇ ਚ। ਔਰ ਅਲੱਗ-ਅਲੱਗ ਰਾਈਟਰਾਂ ਨੇ, ਅਲੱਗ-ਅਲੱਗ ਇਤਿਹਾਸਕਾਰਾਂ ਨੇ ਆਪਣੇ ਮੁਤਾਬਕ ਇਤਿਹਾਸ ਲਿਖਿਆ। ਜੇ ਮੁਕੈਲਫ ਲਤੀਫ ਹੋਰਾਂ ਦੀ ਗੱਲ ਕਰੀਏ, ਉਹਨਾਂ ਤੇ ਅਸਈਅਤ ਦਾ ਪ੍ਰਭਾਵ ਹੈ, ਕਿਉਂਕਿ ਅੰਗਰੇਜ਼ ਰਾਈਟਰ ਨੇ। ਕਨਿੰਗਮ ਹੈ, ਅੰਗਰੇਜ਼ ਰਾਈਟਰ ਜਿੰਨੇ ਵੀ ਨੇ ਉਹਨਾਂ ਦੇ ਉੱਪਰ ਅਸਈਅਤ ਦਾ ਪ੍ਰਭਾਵ ਹੈ। ਉਹ ਆਪਣੇ ਮੁਤਾਬਕ ਇਤਿਹਾਸ ਨੂੰ ਵਾਚਦੇ ਆ, ਕਿਉਂਕਿ ਕਰਾਮਾਤ ਨੂੰ ਵੀ ਮੰਨਦੇ ਆ। ਕਰਾਮਾਤ ਨੂੰ ਮੁਸਲਮਾਨ ਵੀ ਮੰਨਦੇ ਆ। ਇਸ ਲਈ ਜਿਹੜੇ ਲੋਕ ਕਰਾਮਾਤੀ ਸਿਸਟਮ ਨੂੰ ਮੰਨਦੇ ਸੀ, ਉਹਨਾਂ ਆਪਣੇ ਸਿਸਟਮ ਦੇ ਮੁਤਾਬਕ ਉਦਾਂ ਦਾ ਇਤਿਹਾਸ ਲਿਖਿਆ। ਖੈਰ, ਜੋ ਮੈਂ ਬਾਤ ਕਰ ਰਿਹਾ ਸਾਂ, ਰਜੌੜੀ ਇਲਾਕੇ ਦੇ ਅੰਦਰ ਜਨਮ ਹੋਇਆ ਤੇ ਪਹਿਲਾ ਜਿਹੜਾ ਨਾਮ ਰੱਖਿਆ ਉਹ ਸੀ ਲਛਮਣ ਦਾਸ। ਬਾਬਾ ਬੰਦਾ ਸਿੰਘ ਬਹਾਦਰ ਦਾ ਲਛਮਣ ਦਾਸ ਨਾਂ। ਪਹਿਲਾਂ ਜੋ ਘਟਨਾਕ੍ਰਮ ਵਰਤਦਾ ਹੈ ਜੀਵਨ ਦੇ ਅੰਦਰ, ਜ਼ਿੰਦਗੀ ਦੇ ਅੰਦਰ, ਜੋ ਪਹਿਲੀ ਘਟਨਾ ਵਰਤੀ,
ਕਿਉਂਕਿ ਹਲ ਵਾਹੁੰਦੇ ਸਨ, ਖੇਤੀਬਾੜੀ ਦਾ ਕੰਮ ਕਰਦੇ ਸਨ। ਉੱਥੇ ਲੋਕ ਇਹ ਸ਼ਿਕਾਰ ਵੀ ਕਰਦੇ ਹੁੰਦੇ ਸਨ, ਵੀ ਸ਼ਿਕਾਰ ਕਰਨਾ, ਮਾਰ ਕੇ ਖਾਣਾ। ਇਦਾਂ ਇਹ ਲੋਕ ਸ਼ਿਕਾਰ ਵੀ ਕਰਦੇ ਸਨ। ਔਰ ਦੂਸਰਾ, ਲੜਾਕੂ ਕੌਮ ਹੈ ਪਹਿਲੇ ਸਮੇਂ ਤੋਂ ਹੀ। ਤੇ ਕਹਿੰਦੇ ਇੱਕ ਦਿਨ ਐਸਾ ਆਇਆ ਕਿ ਜਿੱਦਣ ਸ਼ਿਕਾਰ ਕਰਨ ਦੇ ਲਈ ਗਏ, ਇੱਕ ਹਿਰਨੀ ਦੇ ਤੀਰ ਮਾਰਿਆ, ਉਹ ਡਿੱਗ ਪਈ। ਹੁਣ ਜਦੋਂ ਉਹਨੂੰ ਉਹਦਾ ਮਾਸ ਸਾਫ਼ ਕਰਨਾ ਹੈ ਤੇ ਛੁਰੇ ਦੇ ਨਾਲ ਉਹਦਾ ਜਦੋਂ ਪੇਟ ਪਾੜਿਆ ਗਿਆ, ਉਹਦੇ ਵਿੱਚ 2 ਬੱਚੇ ਸਨ, ਉਹਦੇ ਪੇਟ ਵਿੱਚ ਪਲ ਰਹੇ। ਉਹ 2 ਬੱਚੇ ਜਿਹੜੇ ਪੇਟ ਵਿੱਚ ਪਲ ਰਹੇ ਸਨ, ਉਹਦੇ ਸਾਹਮਣੇ ਤੜਫ ਤੜਫ ਕੇ ਮਰੇ ਉਹ ਬੱਚੇ। ਤੜਫ ਤੜਫ, ਛੋਟੇ ਸਨ, ਤੜਫ ਤੜਫ ਕੇ ਉਹ ਬੱਚੇ ਜਦੋਂ ਮਰੇ ਅੱਖਾਂ ਦੇ ਸਾਹਮਣੇ। ਤੇ ਇਸ ਘਟਨਾ ਨੇ ਡਾਢਾ ਅਸਰ ਪਾ ਦਿੱਤਾ ਦਿਲ ਦੇ ਉੱਤੇ, ਬੜਾ ਡਾਢਾ ਅਸਰ ਪਿਆ ਕਿ ਮੈਂ ਬਹੁਤ ਵੱਡਾ ਪਾਪ ਕੀਤਾ ਹੈ। ਕਿਸੇ ਮਾਂ ਦੇ ਬੱਚੇ ਨੂੰ, ਕਿਸੇ ਮਾਂ ਨੂੰ ਮਾਰ ਦਿੱਤਾ। ਔਰ ਉਹ ਦਿਲ ਦੇ ਉੱਪਰ ਐਸੀ ਛਾਪ ਛਪੀ ਇਸ ਘਟਨਾ ਦੀ ਕਿ ਸੰਸਾਰ ਦਾ ਸਾਰਾ ਕੁਝ ਤਿਆਗ ਦਿੱਤਾ, ਛੱਡ ਦਿੱਤਾ, ਵੈਰਾਗੀ ਬਣ ਗਿਆ, ਵਿਰਾਗ ਪੈਦਾ ਹੋ ਗਿਆ। ਅੱਖਾਂ 'ਚੋਂ ਪਾਣੀ ਆਉਂਦਾ ਹੈ, ਵਾਰ-ਵਾਰ ਉਹ ਸੀਨ ਅੱਖਾਂ ਦੇ ਅੱਗੇ ਆਈ ਜਾਂਦਾ ਹੈ ਜੋ ਵਾਪਰਿਆ, ਜੋ ਛੋਟੇ-ਛੋਟੇ ਬੱਚਿਆਂ ਨੂੰ ਆਪਣੀਆਂ ਅੱਖਾਂ ਨਾਲ ਤੜਫਦਿਆਂ ਹੋਇਆਂ ਮਰਦਿਆਂ ਵੇਖਿਆ ਨਾ, ਉਹ ਸੀਨ ਵਾਰ-ਵਾਰ ਅੱਗੇ ਆਉਂਦਾ। ਕਈ ਵਾਰੀ ਜ਼ਿੰਦਗੀ ਦੇ ਅੰਦਰ ਇਦਾਂ ਦੀਆਂ ਘਟਨਾਵਾਂ ਬੰਦੇ ਨਾਲ ਗੁਜ਼ਰ ਜਾਂਦੀਆਂ, ਔਰ ਸੱਚ ਹੈ ਉਹ ਘਟਨਾਵਾਂ ਸਾਡੇ ਦਿਲ ਦੇ ਉੱਪਰ ਛਾਪ ਛੱਡ ਜਾਂਦੀਆਂ। ਔਰ ਜਿੱਥੋਂ ਬੰਦਾ ਮੂਵ ਹੁੰਦਾ, ਦੂਸਰੇ ਪਾਸੇ ਚਲਾ ਜਾਂਦਾ, ਤਬਦੀਲ ਹੋ ਜਾਂਦਾ, ਪਾਸਾ ਮੋੜ ਲੈਂਦਾ। ਸ਼ਿਕਾਰ ਕਰਨਾ ਤੇ ਕੀ ਛੱਡ ਹੀ ਦਿੱਤਾ ਸਭ ਕੁਝ, ਸ਼ਸਤਰ ਚੁੱਕਣਾ ਹੀ ਛੱਡ ਦਿੱਤਾ। ਹੁਣ ਜਦੋਂ ਆਹ ਕੁਝ ਵਾਪਰਿਆ ਨਾ, ਪਹਿਲਾ ਜਿਹੜਾ ਪੰਡਤ ਮਿਲਿਆ, ਵੈਰਾਗੀ ਸਾਧੂਆਂ ਦੀ ਸੰਗਤ ਕਰਨ ਲੱਗ ਪਿਆ ਬੰਦਾ, ਲక్ష్మణ ਦਾਸ, ਜਾਨਕੀ ਪ੍ਰਸਾਦ ਪੰਡਤ ਪਹਿਲੇ ਨੰਬਰ ਤੇ ਮਿਲਿਆ ਵੈਰਾਗੀ ਸਾਧੂਆਂ ਦੀ ਸੰਗਤ ਵਿੱਚ। ਕਾਫੀ ਸਮਾਂ ਜਾਨਕੀ ਪ੍ਰਸਾਦ ਦੇ ਨਾਲ ਬਤੀਤ ਕੀਤਾ। ਇੱਥੋਂ ਫਿਰ ਜਾਨਕੀ ਪ੍ਰਸਾਦ ਜਦੋਂ ਮਥੁਰਾ ਵਾਲੇ ਪਾਸੇ ਨੂੰ ਡੇਰਾ ਥੰਮਣ ਜਿਹੜਾ ਹੈ, ਉਸੇ ਜਗ੍ਹਾ ਤੇ ਜਦੋਂ ਇਹ ਪਹੁੰਚੇ ਤੇ ਉੱਥੇ ਫਿਰ ਇੱਕ ਹੋਰ ਵੈਰਾਗੀ ਸਾਧੂ ਨਾਲ ਮਿਲਾਪ ਹੋਇਆ ਜਿਹਦਾ ਨਾਮ ਸੀ ਰਾਮਦਾਸ। ਇਹ ਵੀ ਵੈਰਾਗੀ ਸਾਧੂ ਹੈ, ਇਹਦਾ ਨਾਮ ਸੀ ਰਾਮਦਾਸ। ਰਾਮਦਾਸ ਦੇ ਡੇਰੇ ਵਿੱਚ ਚਲੇ ਗਏ, ਉਹਦੀ ਸੰਗਤ ਕਰਨੀ ਸ਼ੁਰੂ ਕਰ ਦਿੱਤੀ, ਉਹਦੇ ਨਾਲ ਰਹੇ ਕਾਫੀ ਸਮਾਂ। ਕਿਉਂਕਿ ਇਹ ਜਿਹੜੇ ਸਨ ਭ੍ਰਮਣ ਕਰਦੇ ਸਨ, ਵੈਰਾਗੀ ਸਾਧੂ ਇੱਕ ਥਾਂ ਤੇ ਟਿਕ ਕੇ ਨਹੀਂ ਸਨ ਬੈਠੇ। ਤੇ ਰਜੌੜੀ ਦੇ ਅੰਦਰ ਪਹਿਲੇ ਨੰਬਰ ਤੇ ਜਾਨਕੀ ਪ੍ਰਸਾਦ ਆਇਆ ਸੀ ਤੇ ਇੱਥੇ ਆਉਂਦੇ ਰਹਿੰਦੇ ਸਨ ਜਿਹੜੇ ਵੈਰਾਗੀ ਸਾਧੂ। ਰਜੌੜੀ ਵੈਰਾਗੀ ਸਾਧੂ ਆਉਂਦੇ ਰਹਿੰਦੇ ਸਨ। ਪਹਿਲੇ ਨੰਬਰ ਤੇ ਜਾਨਕੀ ਪ੍ਰਸਾਦ ਨਾਲ ਸੰਬੰਧ ਜੁੜਿਆ। ਜਾਨਕੀ ਪ੍ਰਸਾਦ ਤੋਂ ਬਾਅਦ ਫਿਰ 1686 ਈਸਵੀ ਵਿੱਚ, 1670 ਦਾ ਜਨਮ ਹੈ, 1686 ਈਸਵੀ ਦੇ ਅੰਦਰ, ਕਿਉਂਕਿ 15 ਕੁ ਸਾਲ ਦੀ 16 ਕੁ ਸਾਲ ਦੀ ਉਮਰ ਬਣਦੀ ਹੈ ਤੇ ਲਾਲੋ ਸਾਹਿਬ ਕੀ 15 ਸਾਲ ਦੀ ਉਮਰ 'ਚ ਸ਼ਿਕਾਰ ਕਰਨਾ, ਸ਼ਿਕਾਰ ਕੀਤਾ ਤੇ ਕੁਝ ਵਾਪਰਿਆ। ਹੁਣ ਜਦੋਂ ਇਹਦੇ ਨਾਲ ਮਿਲਾਪ ਹੋਇਆ ਰਾਮਦਾਸ ਵੈਰਾਗੀ ਨਾਲ, ਇਹ ਆਪਣੇ ਮੱਠ ਤੇ ਡੇਰੇ ਥੰਮਣ ਦੇ ਵਿੱਚ ਲੈ ਗਿਆ, ਕਾਫੀ ਸਮਾਂ ਉੱਥੇ ਰਹੇ। ਇੱਥੋਂ ਫਿਰ ਗੋਦਾਵਰੀ ਦੀ, ਜਦੋਂ ਗੋਦਾਵਰੀ ਦੇ ਲਈ ਗਏ ਇਹ ਯਾਤਰਾ ਲਈ ਤੀਰਥ ਅਸਥਾਨ ਤੇ, ਜੋ ਸ਼੍ਰੀ ਰਾਮਚੰਦਰ ਨਾਲ ਵੀ ਜੁੜਦਾ ਹੈ, ਜਦੋਂ ਉਸ ਅਸਥਾਨ ਤੇ ਗਏ ਤੇ ਉੱਥੇ ਫਿਰ ਇੱਕ ਉੱਗੇ ਜੋਗੀ ਜਿਹਦਾ ਨਾਮ ਸੀ ਔਗੜਨਾਥ, ਔਗੜਨਾਥ ਦੇ ਨਾਲ ਮਿਲਾਪ ਹੁੰਦਾ ਹੈ ਇਸ ਲక్ష్మణ ਦਾਸ ਦਾ। ਤੇ ਇੱਥੋਂ ਫਿਰ ਔਗੜਨਾਥ ਦੇ ਨਾਲ ਜਦੋਂ ਗਏ
ਤੇ ਕਾਫੀ ਸਮਾਂ ਔਗਣਨਾਥ ਦੇ ਨਾਲ ਰਹੇ, ਕਿਉਂਕਿ ਔਗਣਨਾਥ ਐਸਾ ਜੋਗੀ ਸੀ ਜਿਹਨੂੰ ਰਿੱਧੀਆਂ ਸਿੱਧੀਆਂ ਦਾ ਬਹੁਤ ਗਿਆਨ ਸੀ। ਹੋਰ ਵੀ ਬੜੇ ਗ੍ਰੰਥ ਜਿਹੜੇ ਸਨ ਪੜ੍ਹੇ ਹੋਏ ਸਨ ਤੇ ਬਹੁਤ ਵਿਦਵਾਨ ਬੰਦਾ ਸੀ ਔਗਣਨਾਥ। ਇਹਦੀ ਸੰਗਤ ਕੀਤੀ ਕਾਫੀ ਸਮਾਂ, 1691 ਈਸਵੀ ਤੱਕ ਇਹਦੀ ਸੰਗਤ ਕੀਤੀ। 1691 ਈਸਵੀ ਨੂੰ, ਕਿਉਂਕਿ ਬਜ਼ੁਰਗ ਹੋ ਗਿਆ ਸੀ ਔਗਣਨਾਥ ਤੇ ਮਰਨ ਕਿਨਾਰੇ ਸੀ, ਜਦੋਂ ਮਾਧੋ ਦਾਸ ਨੇ ਸਾਰੀ ਵਿਦਿਆ ਸਿੱਖ ਲਈ ਜੋਗੀਆਂ ਵਾਲੀ, ਰਿੱਧੀਆਂ ਸਿੱਧੀਆਂ ਇਤ ਆਦਿਕ ਗ੍ਰੰਥ ਪੜ੍ਹੇ, ਸਭ ਕੁਝ ਜਦੋਂ ਸਿੱਖ ਲਿਆ ਤੇ ਉਸ ਟਾਈਮ ਫਿਰ ਨਾਮ ਤਬਦੀਲ ਕੀਤਾ ਤੇ ਇਹਦਾ ਨਾਮ ਮਾਧੋ ਦਾਸ ਰੱਖ ਦਿੱਤਾ, ਮਾਧੋ ਦਾਸ ਵੈਰਾਗੀ। ਕਿਉਂਕਿ ਲక్ష్మణ ਦਾਸ ਸੀ ਤੇ ਲక్ష్మణ ਦਾਸ ਤੋਂ ਬਾਅਦ ਫਿਰ ਮਾਧੋ ਦਾਸ ਵੈਰਾਗੀ ਬਣ ਗਿਆ। ਮਾਧੋ ਦਾਸ ਵੈਰਾਗੀ ਬਣਿਆ। ਹੁਣ ਜਦੋਂ ਇਹਦਾ ਸਮਾਂ ਨੇੜੇ ਆ ਗਿਆ ਔਗਣਨਾਥ ਦਾ, ਤੇ ਔਗਣਨਾਥ ਨੇ ਨਿਪੁੰਨ ਜਾਣ ਕੇ ਮਾਧੋ ਦਾਸ ਵੈਰਾਗੀ ਨੂੰ ਕਿਹਾ ਵੀ ਹੁਣ ਤੂੰ ਸਾਰਾ ਕੁਝ ਸਾਂਭ ਲੈ। ਉਹਦੇ ਕੋਲ ਜਿਹੜਾ ਆਪਣਾ ਵੱਡਾ ਗ੍ਰੰਥ ਸੀ, ਉਹ ਗ੍ਰੰਥ ਵੀ ਮਾਧੋ ਦਾਸ ਵੈਰਾਗੀ ਦੀ ਝੋਲੀ ਵਿੱਚ ਪਾ ਦਿੱਤਾ। ਉਹਦਾ 1691 ਦੇ ਅੰਦਰ ਦੇਹਾਂਤ ਹੋ ਗਿਆ। ਬਾਅਦ ਵਿੱਚ ਮਾਧੋ ਦਾਸ ਵੈਰਾਗੀ ਜਦੋਂ ਨਿਪੁੰਨ ਹੋ ਗਿਆ, ਨੇ ਸੋਚਿਆ ਕਿਉਂ ਨਾ ਹੋਵੇ ਅਸੀਂ ਆਪਣਾ ਡੇਰਾ ਬਣਾਈਏ, ਤੇ ਇੱਥੋਂ ਚੱਲ ਕੇ ਉਹਨੇ ਨੰਦੇੜ ਦੀ ਧਰਤੀ ਦੇ ਲਾਗੇ ਆਪਣਾ ਇੱਕ ਮੱਠ ਸਥਾਪਿਤ ਕੀਤਾ। ਮੱਠ ਭਾਵ ਕਿ ਡੇਰਾ, ਇਹ ਮੱਠ ਕਹਿੰਦੇ ਆ ਜਿਹੜੇ ਜੋਗੀ ਵੈਰਾਗੀ ਲੋਕ ਹੁੰਦੇ ਆ। ਉਹ ਮੱਠ ਸਥਾਪਿਤ ਕੀਤਾ ਕਿਉਂਕਿ ਰਿੱਧੀਆਂ ਸਿੱਧੀਆਂ ਸਨ, ਜੋ ਗੱਲ ਕਹਿੰਦਾ ਸੀ ਪੂਰੀ ਹੁੰਦੀ ਸੀ। ਤੇ ਕਹਿੰਦੇ ਲੋਕ ਜਦੋਂ ਆਉਂਦੇ ਜੋ ਮੰਗ ਮੰਗਦੇ ਉਹ ਪੂਰੀ ਹੋ ਜਾਂਦੀ। ਇਦਾਂ ਇਹਦਾ ਜਿਹੜਾ ਸੀ ਪ੍ਰਤਾਪ ਦਿਨ ਪ੍ਰਤੀ ਦਿਨ ਨੰਦੇੜ ਦੀ ਧਰਤੀ ਦੇ ਲਾਗੇ ਵੱਧਦਾ ਚਲਾ ਗਿਆ। ਲੋਕੀ ਭੀੜਾਂ ਜੁੜਨ ਲੱਗ ਪਈਆਂ, ਮੱਥੇ ਟੇਕਣ ਲੱਗ ਪਏ, ਪੂਜਾ ਕਰਨ ਲੱਗ ਪਈ ਮਾਧੋ ਦਾਸ ਵੈਰਾਗੀ ਦੀ, ਚੜਾਵੇ ਚੜਨ ਲੱਗ ਪਏ, ਕੀਮਤੀ ਭੇਟਾਵਾਂ ਚੜਨ ਲੱਗ ਪਈਆਂ, ਤੇ ਚੇਲੇ ਚਾਪਟੇ ਵੀ ਜੁੜ ਗਏ। ਕਿਉਂਕਿ ਜਦੋਂ ਕੋਈ ਬਾਬਾ ਤੁਰਦਾ ਹੈ ਉਦੋਂ ਕੱਲਾ ਹੀ ਹੁੰਦਾ, ਜਦੋਂ ਤੁਰਦਾ ਕੱਲਾ ਹੀ ਹੁੰਦਾ, ਪਰ ਜਦੋਂ ਉਹਦੀ ਕੋਈ ਗੱਲ ਪੂਰੀ ਹੋ ਜਾਂਦੀ ਹੈ ਫਿਰ ਅੱਗੇ ਏਜੰਟ ਬਣ ਜਾਂਦੇ ਆ। ਏਜੰਟ ਸਮਝਦੇ ਹੋ ਵੀ ਜਿਵੇਂ ਇੱਕ ਬੀਬੀ ਦੀ ਮੁਰਾਦ ਪੂਰੀ ਹੋਈ, ਉਹ ਜਾ ਕੇ 10 ਨੂੰ ਦੱਸ ਦਈਏ ਵੀ ਸਾਡੀ ਤੇ ਫਲਾਣੇ ਬਾਬੇ ਕੋਲੋਂ ਮੁਰਾਦ ਪੂਰੀ ਹੋਈ ਹੈ। ਹੁਣ ਜਿਹੜੀਆਂ 10 ਬੀਬੀਆਂ ਨੂੰ ਦੱਸਦੀ ਹੈ, ਉਹ ਜਾ ਕੇ ਉਹਨਾਂ ਚੋਂ 5 ਤੇ ਜਾਂਦੀਆਂ ਨੇ ਨਾ ਉੱਥੇ। ਜੇ 5 ਚੋਂ 2 ਦੀ ਵੀ ਮੁਰਾਦ ਪੂਰੀ ਹੋਈ, ਉਹਨਾਂ ਜਾ ਕੇ ਅੱਗੇ ਫਿਰ 15 ਨੂੰ ਦੱਸਣਾ। ਇਦਾਂ ਉਹ ਏਜੰਟ ਬਣ ਜਾਂਦੇ ਨੇ ਲੋਕ, ਤੇ ਜਿਹੜੇ ਏਜੰਟ ਬਣਦੇ ਆ ਫਿਰ ਉਹ ਬਾਬਿਆਂ ਦੀ ਸੰਗਤ ਵਧਾਉਂਦੇ ਆ। ਹੁਣ ਮਾਧੋ ਦਾਸ ਵੈਰਾਗੀ ਦੇ ਡੇਰੇ ਤੇ ਬੜੀ ਭੀੜ ਜੁੜਦੀ, ਬੜੇ ਲੋਕ ਆਉਂਦੇ। ਰਿੱਧੀਆਂ ਸਿੱਧੀਆਂ ਨੇ ਸਭ ਕੁਝ ਕਹੇ, ਕਰਦੇ ਕਰਾਂਦੇ ਬਹੁਤ ਚੜਾਵੇ ਚੜਨ ਲੱਗ ਪਏ, ਬਹੁਤ ਲੋਕ ਆਉਣ ਲੱਗ ਪਏ। ਜਿਵੇਂ ਜਿਵੇਂ ਲੋਕਾਂ ਦੀ ਭੀੜ ਵੱਧਦੀ ਗਈ, ਤਿਵੇਂ ਤਿਵੇਂ ਮਾਧੋ ਦਾਸ ਵੈਰਾਗੀ ਦੇ ਅੰਦਰ ਹੰਕਾਰ ਵੱਧਦਾ ਗਿਆ। ਹੰਕਾਰ ਪੈਦਾ ਵੀ ਮੇਰੇ ਵਰਗਾ ਤੇ ਹੈ ਹੀ ਕੋਈ ਨਹੀਂ, ਕਿਉਂਕਿ ਹੋ ਜਾਂਦਾ। ਇਹ ਕਲਾ ਹੁੰਦੀ ਹੈ, ਹਰੇਕ ਚੀਜ਼ ਦੀ ਕਲਾ ਹੈ। ਕਿਸੇ ਨੂੰ ਬੋਲਣ ਦੀ ਕਲਾ ਹੈ, ਕਿਸੇ ਕੋਲ ਗਾਉਣ ਦੀ ਕਲਾ ਹੈ, ਕਿਸੇ ਕੋਲ ਸੁਣਾਉਣ ਦੀ ਕਲਾ ਹੈ, ਅਲੱਗ-ਅਲੱਗ ਤਰੀਕੇ ਦੀ ਕਲਾ ਹੈ, ਕਿਸੇ ਕੋਲ ਹੱਥੀ ਹੁਨਰ ਹੈ। ਕਲਾ ਹੈ ਨਾ। ਇੱਕ ਵੀ ਕਲਾ ਬੰਦੇ ਕੋਲ ਆ ਜੇ ਤੇ ਬੰਦਾ ਵੱਡਾ ਹੰਕਾਰੀ ਬਣ ਬੈਠਦਾ ਹੈ। ਇੱਕ ਕਲਾ ਹੈ, ਕੋਈ ਵੀ ਕਲਾ ਹੋਵੇ ਬੰਦੇ, ਲਿਖਣ ਪੜਨ ਦੀ ਕਲਾ, ਇੱਕ ਵੀ ਕਲਾ ਆਵੇ ਤੇ ਬੰਦਾ ਵੱਡਾ ਹੰਕਾਰੀ ਬਣ ਜਾਂਦਾ। ਤੇ ਮਾਧੋ ਦਾਸ ਵੈਰਾਗੀ ਕੋਲ ਤੇ ਫਿਰ ਕਈ ਕਲਾ ਸਨ ਤੇ ਵੱਡਾ ਹੰਕਾਰ ਅੰਦਰ ਪੈਦਾ ਹੋ ਗਿਆ। ਕਹਿੰਦੇ ਹੁਣ ਜਿਹੜਾ ਉਹਨਾਂ ਦੇ ਮੱਠ ਤੇ ਆਉਂਦਾ, ਕਈ ਵਾਰੀ ਕੋਈ ਬਾਹਰੋਂ ਸਾਧੂ ਆਉਂਦਾ ਤੇ ਉਹਦਾ ਪਲੰਗਾ ਪਲਟਾ ਦਿੰਦੇ, ਉਹਨੂੰ ਪੁੱਠਾ ਟੰਗ ਦਿੰਦੇ ਜਿਹੜੇ ਨਾਲ ਦੇ ਸਨ। ਇਹ ਸਭ ਕੁਝ ਕਰਨਾ ਸ਼ੁਰੂ ਕਰ ਦਿੱਤਾ। ਉਹ ਫਕੀਰ ਸਾਧੂ ਵੀ ਪਰੇਸ਼ਾਨ ਸਨ ਇਹਨਾਂ ਤੋਂ, ਕਿਉਂਕਿ ਲੋਗਾ ਸੀ, ਬਹੁਤ ਕੁਝ ਸਿੱਖਿਆ ਹੋਇਆ ਸੀ ਤੇ ਸਾਹਮਣੇ ਕੋਈ ਟਿਕਦਾ ਨਹੀਂ ਸੀ, ਵੱਡੇ ਤੋਂ ਵੱਡਾ ਜੋ। ਇਧਰਲੇ ਪਾਸੇ ਇਹ ਚੱਲ ਰਿਹਾ, ਪਰ ਦੂਜੇ ਪਾਸੇ ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣਾ ਪਰਿਵਾਰ ਨਿਸ਼ਾਵਰ ਕਰ ਦਿੱਤਾ। 2 ਸਾਹਿਬਜ਼ਾਦੇ ਚਮਕੌਰ ਦੀ ਗੜੀ 'ਚ ਸ਼ਹੀਦ ਹੋਏ ਆ। 2 ਲਾਲ ਸਰਹੱਦ ਦੀਆਂ ਨੀਹਾਂ ਵਿੱਚ ਚਿਣੇ ਗਏ।
इधर माधोदास वैरागी आनंद लै रहा है और लोकां नूं भरमा के लुट रहा, ते दूजे पासे जिहड़ा कोई फकीर साधु आउंदा उन्हां नूं तंग करना शुरू कर दिता है। ये सब कुछ हो रहा है। पर इधर करगियां वाले पातशाह ने अपना परिवार सिख कौम तो निशावर कर दिता। मैं वो विचला कंसैप्ट नहीं लिया जिहदे विच औरंगजेब तो बाद, क्योंकि इत्थे सतगुरु जी फतेह दी चिट्ठी लिखदे जिन्हों जफरनामा कहा जाता है, वो पढ़ के औरंगजेब दा देहांत हुंदा मर जांदा है। उहदे तो बाद फिर शहजादा गद्दी ते बैठदा, वो जिहड़ा समा है वो मैं नहीं लिया क्योंकि फिर लंबी गल हो जाए। उहदे विच की होया, किदां किदां होया, वो लंबा हो जाए। सो खैर बात, उस तो बाद कलगी वाले पातशाह जी इथों फिर नदेड़ वाल नूं कूच करदे। जयपुर की धरती ते जदों मेरे सतगुरु पहुंचदे आ ना, ते उत्थे एक वैरागियां दे विचों महंत जैत राम जिहड़ा पंथी जैत राम मिलदा सतगुरु नूं कलगी वाले पातशाह जयपुर। जैत राम जदों वो पंथी मिलदा है, गल्लां बातां हुंदियां, गल्लां बातां चलदियां चलदियां माधोदास वैरागी दा जिक्र हुंदा है। जिथों कलगी वाले पातशाह माधोदास वैरागी नूं आप खुद मिलण जांदे, उत्थे जिक्र हुंदा है माधोदास वैरागी दा, क्योंकि जैत राम महंत सी, ये भी पंथी सीगा वैरागियां दे विच। जयपुर की धरती ते मिलाप होया, उत्थे गल होई कि माधोदास वैरागी बड़ा पहुंचया होया है। जुस्सा भी बड़ा तगड़ा, क्योंकि शुरू तो सी किसान दा पुत्र सी, खल बाउण वालियां दा, ते जुस्सा तगड़ा सी, शरीर दा सडोल खुला डुला शरीर, ते उत्थे नाल शक्ति ते भगती दी गल भी है, ये भी मौजूद सी। जदों बड़े वधिया तरीके नाल माधोदास की उस्तत कीती ना जैत राम महंत ने, ते कलगी वाले पातशाह ने मन बनाया भी इनू मिलना चाहिए। मेरे सतगुरु जी इथों फिर जिथे इहदा मठ सी नदेड़ की धरती दे लागे ही है, उत्थे कलगी वाले पातशाह गए, सतगुरु जी गए, ते जो इतिहासकार लिखदे मैं उही बयान कर लगा। क्योंकि ये बंदे ने वैरागी तां बनिया सी भी वो बच्चियां नूं मरदा वेखिया सी। मास नहीं अज तो बाद रिन्हना, शस्त्र नहीं अज तो बाद चुकना, ते कहंदे उत्थे मास रिन्हिया गया। हुण जिहड़े ओ सीगे वैरागी, वो ते नफरत करदे इस चीज़ ते। उन्हां ने जा करके बाबा बंदा सिंह बहादुर नूं दस्सिया भी कोई शस्त्रधारी बंदा कलगी लगी कोई है, शस्त्र धारण कीते हुए ने, ते आके तेरे पलंगे ते बैठा। जतन उन्हां भी बड़ा कीता, जतन उन्हां भी कीता, क्योंकि कोई भी बाहरों फकीर आउंदा ते ओ हुण इह हुंदा है बाबे तो बाबा सड़दा। सही गल है, कीर्तनिया तो कीर्तनिया, कारोबारी तो कारोबारी, बिजनेसमैन तो बिजनेसमैन, जिहड़े भी कैटागरी का बंदा होएगा वो दूजे तो सड़ेगा भी ये किधर आ गया। इसलिए जिहड़ा कोई लिबासी तौर ते फकीर हुंदा ते ओहदे पलंगे उल्टा दिते जांदे इन्हां वल्लों, जिहड़े इहदे चेले सन। कलगी वाले पातशाह जी जदों आके पलंगे ते बैठे ना, जतन बड़ा कीता चेले चापटियां ने भी पलंगा उल्टा दे, पर गल नहीं बनी। हुण जाके शिकायत कीती माधोदास बैरागी नूं, तेरे पलंगे ते आके कोई शस्त्रधारी बंदा बैठा, इंसान बैठा, नहीं सन जानते कलगी वाले पातशाह नूं। वो पलंगे ते आड़ के बैठा है, ते माधोदास कहंदा फिर पलंगा उल्टा कर देंदे, मेरे कोल की लैण आए, पलंगा उल्टा देंदे। वो कहंदे असीं ते जतन बड़ा कीता है, वो पता नहीं कौन है बंदा, पलंगा उल्टदा ही नहीं। हुण माधोदास बैरागी नूं हंकार सी अपनियां रिद्धियां सिद्धियां ते भी मेरे तो पहुंचिया होया भी वड्डा बंदा किहड़ा आके बैठ गया, भी जिहड़ा इन्हां तो इन्हां नूं दस्सिया जो कुछ वो सिੱਖਿਆ सी वो अपने चेलियां नूं भी सिखाया सी भी जे इन्हां तो पलंगा नहीं उल्टिया फिर इहदा मतलब ते वो ते बहुत वड्डा होवेगा। मेरे तो वड्डा कौन इस नगर विच इस जगह ते आके मेरे पलंगे ते बैठ गया, वेखां ते सही। कहंदे ए गया
ਇਹਨੇ ਜਾ ਕੇ ਜਦੋਂ ਸਤਿਗੁਰਾਂ ਨੂੰ ਤੱਕਿਆ ਵੇਖਿਆ ਤੇ ਇਹਨੇ ਯਤਨ ਕੀਤਾ ਆਪਣੀਆਂ ਰਿੱਧੀਆਂ ਸਿੱਧੀਆਂ ਦੇ ਨਾਲ ਪਲੰਘਾਂ ਉਲਟਾਉਣ ਦਾ। ਬੜੀ ਵਾਰੀ, ਇੱਕ ਵਾਰੀ ਨਹੀਂ ਬੜੀ ਵਾਰੀ ਯਤਨ ਕੀਤਾ, ਪਰ ਪਲੰਘਾਂ ਨਹੀਂ ਉਲਟਿਆ। ਜਦੋਂ ਇਦਾਂ ਤੱਕਿਆ ਤੇ ਫਿਰ ਬੇਇੱਜ਼ਤੀ ਮਹਿਸੂਸ ਕੀਤੀ, ਹੰਕਾਰ ਖਤਮ ਹੋ ਗਿਆ ਅੰਦਰੋਂ। ਉਹ ਹੰਕਾਰ ਸੀ ਜਿਹੜਾ ਰਿੱਧੀਆਂ ਸਿੱਧੀਆਂ ਤੋਂ ਚਲਾ ਗਿਆ ਵੀ ਇਹ ਤੇ ਕੋਈ ਭਾਰੀ ਗੁਰੂ ਲੱਗਦਾ, ਕੋਈ ਭਾਰੀ ਪੁਰਸ਼ ਹੈ ਜਿਹੜਾ ਆ ਕੇ ਮੇਰੇ ਪਲੰਘੇ ਤੇ ਬੈਠਾ। ਸਭ ਸੱਚੇ ਪਾਤਸ਼ਾਹ ਜੀ ਸਵਾਲ ਕਰਦੇ, ਕਹਿੰਦੇ ਕੌਣ ਹੈ ਤੂੰ? ਕਹਿੰਦਾ ਮੈਂ ਮਾਧੋ ਦਾਸ। ਸਭ ਸੱਚੇ ਪਾਤਸ਼ਾਹ ਨੂੰ ਪੁੱਛਦਾ ਤੁਸੀਂ ਕੌਣ ਹੋ? ਤੇ ਕਲਗੀ ਵਾਲੇ ਪਾਤਸ਼ਾਹ ਜੀ ਕਹਿੰਦੇ ਮੈਨੂੰ ਲੋਕ ਗੁਰੂ ਗੋਬਿੰਦ ਸਿੰਘ ਕਹਿੰਦੇ ਆ। ਕੀ ਕਰਨ ਆਏ ਹੋ? ਸਭ ਸੱਚੇ ਪਾਤਸ਼ਾਹ ਜੀ ਕਹਿੰਦੇ ਤੈਨੂੰ ਸਿੰਘ ਸਜਾਣ ਆਇਆ। ਇਹ ਜਿਹੜੀ ਇਹ ਘਟਨਾ ਦਾ ਜ਼ਿਕਰ ਹੈ ਨਾ, ਇਹ ਅਹਿਮਦ ਫਾਰਸੀ ਦੀ ਕਿਤਾਬ ਦੇ ਅੰਦਰ, ਫਾਰਸੀ ਦੇ ਵਿੱਚ ਲਿਖੀ ਹੋਈ ਇਹ ਕਿਤਾਬ, ਉਹਦੇ ਵਿੱਚ ਉਹ ਜ਼ਿਕਰ ਕਰਦਾ ਜੋ ਪ੍ਰਿੰਸੀਪਲ ਗੰਡਾ ਸਿੰਘ ਪੁਰਾ ਨੇ ਜ਼ਿਕਰ ਕੀਤਾ ਵੀ ਜੋ ਇਹ ਸ਼ਬਦ ਮਿਲਦੇ ਨੇ, ਜਦੋਂ ਪੁੱਛਿਆ ਜਾਂਦਾ ਤੂੰ ਕੌਣ ਹੈ, ਉਦੋਂ ਪਹਿਲਾਂ ਸਵਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਰਦੇ ਤੂੰ ਕੌਣ? ਤੇ ਕਹਿੰਦਾ ਮੈਂ ਮਾਧੋ ਦਾਸ ਵੈਰਾਗੀ। ਤੇ ਕਲਗੀ ਵਾਲੇ ਪਾਤਸ਼ਾਹ ਨੂੰ ਪੁੱਛਦਾ ਤੁਸੀਂ ਕੌਣ? ਸਾਹਿਬ ਕਹਿੰਦੇ ਮੈਂ ਗੁਰੂ ਗੋਬਿੰਦ ਸਿੰਘ। ਫਿਰ ਪੁੱਛਦਾ ਕੀ ਕਰਨ ਆਏ ਹੋ? ਤੇ ਕਲਗੀ ਉੱਥੇ ਸਵਾਲ ਜਵਾਬ ਕਰਾਏ ਇਹਦੇ ਵਿੱਚ, ਇਸ ਕਿਤਾਬ ਦੇ ਅੰਦਰ। ਕਲਗੀ ਵਾਲੇ ਪਾਤਸ਼ਾਹ ਜੀ ਕਹਿੰਦੇ ਤੈਨੂੰ ਸਿੰਘ ਸਜਾਉਣ ਆਇਆ, ਤੈਨੂੰ ਸਿੰਘ ਬਣਾਉਣ ਆਇਆ। ਜਦੋਂ ਇਹ ਗੱਲ ਕੀਤੀ ਨਾ, ਕਹਿੰਦੇ ਰੋਮ ਰੋਮ ਅੰਦਰੋਂ ਖਿੜ ਗਿਆ ਤੇ ਕਲਗੀ ਵਾਲੇ ਪਾਤਸ਼ਾਹ ਦੇ ਸਾਹਮਣੇ ਬੈਠ ਗਿਆ। ਸਾਹਿਬ ਸੱਚੇ ਪਾਤਸ਼ਾਹ ਦੇ ਅੱਗੇ ਹੱਥ ਜੋੜ ਕੇ ਧੌਣ ਨੀਵੀਂ ਕਰ ਲਈ। ਜਦੋਂ ਬਖਸ਼ਿਸ਼ ਨਦਰੇ ਅਨਾਇਤ ਕਲਗੀਆਂ ਵਾਲੇ ਨੇ ਕੀਤੀ ਤੇ ਫਿਰ ਸੱਚੇ ਪਾਤਸ਼ਾਹ ਜੀ ਪੁੱਛਦੇ ਹੁਣ ਕੌਣ ਹੈ ਤੂੰ? ਤੇ ਕਹਿੰਦਾ ਜੀ ਮੈਂ ਤੁਹਾਡਾ ਬੰਦਾ ਹਾਂ, ਮੈਂ ਤੁਹਾਡਾ ਬੰਦਾ ਹਾਂ। ਜਦੋਂ ਸਤਿਗੁਰਾਂ ਨੇ ਨਦਰ ਵਰਤਾਈ ਮਿਹਰ ਦੀ ਤੇ ਕਹਿੰਦਾ ਮੈਂ ਬੰਦਾ, ਤੇ ਸਭ ਸੱਚੇ ਪਾਤਸ਼ਾਹ ਜੀ ਫਿਰ ਕਹਿੰਦੇ ਜੇ ਤੂੰ ਬੰਦਾ ਹੈ ਤੇ ਬੰਦਿਆਂ ਵਾਲੇ ਕੰਮ ਕਰ। ਜੇ ਤੂੰ ਬੰਦਾ ਹੈ ਨਾ ਫਿਰ ਬੰਦਿਆਂ ਵਾਲੇ ਕੰਮ ਕਰ। ਆ ਨਾ ਕਰ ਵੀ ਕੋਈ ਪਲੰਗੇ ਤੇ ਬੈਠ ਗਿਆ ਤੇ ਉਹਦਾ ਪਲੰਗਾ ਉਲਟਾ ਦਿੱਤਾ। ਇਹ ਨਾ ਕਰ ਵੀ ਕੋਈ ਰਿੱਧੀ ਸਿੱਧੀ ਵਿਖਾ ਕੇ ਤੇ ਲੋਕਾਂ ਨੂੰ ਭਰਮਾ ਲਿਆ। ਇਹ ਬੰਦਿਆਂ ਵਾਲੇ ਕੰਮ ਨਹੀਂ, ਇਹ ਤਾਂ ਨਲਾਇਕਾਂ ਦੇ ਕੰਮ ਨੇ। ਜੇ ਤੂੰ ਬੰਦਾ ਹੈ ਤੇ ਫਿਰ ਬੰਦਿਆਂ ਵਾਲੇ ਕਾਰਜ ਕਰ, ਬੰਦਾ ਬਣ। ਸਾਹਿਬਾਨ ਨੇ ਰੱਬੀ ਬਾਣੀ ਵਿੱਚ ਜ਼ਿਕਰ ਕੀਤਾ ਬੰਦੇ ਦਾ, ਬੰਦਾ ਹੋਏ ਸੋ ਬੰਦਗੀ ਕਰ। ਉਹ ਬੰਦਾ ਜਿਹੜਾ ਬੰਦਗੀ ਕਰਦਾ ਹੈ ਉਹਨੂੰ ਬੰਦਾ ਕਿਹਾ। ਬੰਦੇ ਬੰਦਗੀ ਇਖਤਿਆਰ। ਜੇ ਤੂੰ ਬੰਦਾ ਤੇ ਬੰਦਗੀ ਕਰ। ਇਸ ਲਈ ਬੰਦੇ ਬਾਰੇ ਬੜਾ ਜ਼ਿਕਰ ਕੀਤਾ ਵੀ ਬੰਦਾ ਅਸਲ ਵਿੱਚ ਕੌਣ ਹੈ, ਬੰਦਾ ਕੌਣ ਹੈ। ਸਭ ਸੱਚੇ ਪਾਤਸ਼ਾਹ ਕੇ ਹੱਥ ਜੋੜ ਕੇ ਖਲੋ ਗਿਆ ਤੇ ਕਹਿੰਦਾ ਜੀ ਆਪ ਜੀ ਦਾ ਗੋਲਾ ਹਾਂ, ਆਪ ਜੀ ਦਾ ਬੰਦਾ ਹਾਂ। ਕਲਗੀ ਵਾਲੇ ਪਾਤਸ਼ਾਹ ਜੀ ਕਹਿੰਦੇ ਫਿਰ ਜੇ ਬੰਦਾ ਤੇ ਹੁਣ ਬੰਦਿਆਂ ਵਾਲੇ ਕੰਮ ਕਰ। ਸਤਿਗੁਰਾਂ ਨੇ ਜੋ ਸਮਝਾਇਆ, ਜੋ ਕਿਰਪਾ ਰਹਿਮਤ ਵਰਤਾਈ, ਸਮੇਂ ਦੀ ਸੰਪੰਨਤਾ ਹੈ। ਕੱਲ ਦੇ ਦੀਵਾਨ ਅੰਦਰ ਇੱਥੋਂ ਸ਼ੁਰੂ ਕਰ ਲਾਂਗੇ, ਥੋੜਾ ਪੱਖ ਇਹ ਲੈ ਕੇ ਤੇ ਫਿਰ ਜੋ ਸਰਹੰਦ ਫਤਿਹ ਕੀਤੀ ਉਹਦਾ ਜ਼ਿਕਰ ਕਰਾਂਗੇ। ਜੇ ਸਬੰਧ ਬਣਿਆ ਤੇ ਫਿਰ ਦੂਸਰੀਆਂ ਜਿਹੜੀਆਂ ਜੰਗਾਂ ਨੇ, ਜਿਵੇਂ ਸਮਾਣਾ ਫਤਿਹ ਹੈ, ਸਡੌਰਾ ਹੈ, ਰੋਪੜ ਦਾ ਇਲਾਕਾ, ਇਧਰ ਚਾਪੜ ਚਿੜੀ ਹੈ, ਫਿਰ ਗੁਰਦਾਸ ਨੰਗਲ ਚ ਜਾ ਕੇ ਕੈਦ ਹੁੰਦੇ ਆ। ਉਹ ਸਤਿਗੁਰੂ ਕਿਰਪਾ ਕਰਨਗੇ ਤੇ ਆਪਾਂ ਫਿਰ ਕਰ ਲਵਾਂਗੇ ਉਸ ਤਰੀਕੇ ਨਾਲ, ਨਹੀਂ ਤੇ ਫਿਰ ਲੜੀਵਾਰੀ ਜਿੱਦਾਂ ਆਪਣੀ ਵਿਚਾਰ ਚੱਲਦੀ ਹੈ। ਕੱਲ ਦੇ ਦੀਵਾਨ ਅੰਦਰ ਜ਼ਿਕਰ ਕਰਾਂਗੇ। ਬੇਅੰਤ ਪ੍ਰਕਾਰ ਦੀਆਂ ਗਲਤੀਆਂ ਦੀ ਖਿਮਾ ਆਪ ਗੁਰੂ ਰੂਪ ਸੰਗਤ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਣਯੋਗ ਬਖਸ਼ ਲੈਣਾ। ਅਖੀਰ ਫਤਿਹ ਦੀ ਸੰਨ ਕਰੀਏ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ।